हाँ जी बेटा, हिडन लाइन एट सरफेस ਦੇ ਵਿੱਚ ਆਪਣਾ ਸੈਕੰਡ ਟੌਪਿਕ ਸਕੈਨ ਲਾਈਨ ਐਲਗੋਰਿਦਮ। ਇਹ ਐਲਗੋਰਿਦਮ ਨੂੰ ਵੀ ਯੂਜ਼ ਕੀਤਾ ਜਾਂਦਾ ਹੈਗਾ ਜੇ ਤੁਸੀਂ ਹਿਡਨ ਲਾਈਨਸ ਐਂਡ ਸਰਫੇਸ ਨੂੰ ਫਾਈਂਡ ਆਊਟ ਕਰਨਾ। ਜਿਵੇਂ ਪਹਿਲਾਂ ਐਗਜ਼ਾਮਪਲ ਦੇ ਵਿੱਚ ਦੇਖੋ ਇੱਦਾਂ ਕੁਛ, ਬਟ ਇਹ ਜਿਹੜੀ ਐਲਗੋਰਿਦਮ ਹੈ ਤੁਹਾਡੀ ਕੁਛ ਇੱਦਾਂ ਦੀਆਂ ਸ਼ੇਪਸ ਅਤੇ ਪੋਲੀਗੋਨਸ ਦੇ ਮਤਲਬ ਜਿਸ ਦੇ ਵਿੱਚ ਕੁਛ ਐਜਿਸ ਹੋਣਗੇ। ਇਮੇਜ ਸਪੇਸ ਮਾਡਲ ਹੈ ਇਹ, ਇਸ ਕਰਕੇ ਉਹਨਾਂ 'ਤੇ ਹੀ ਇਹ ਕੰਮ ਕਰਦੀ ਹੈ। ਤਾਂ ਹੁਣ ਇਹਦੇ ਵਿੱਚ ਜਿਹੜੀ ਵਰਕਿੰਗ ਹੈ ਉਹ ਕੀ ਹੁੰਦੀ ਹੈ ਬੇਟਾ, ਇਸ ਤਰੀਕੇ ਨਾਲ ਸਕੈਨ ਲਾਈਨਸ ਚੱਲਣਗੀਆਂ ਇੱਕ ਇੱਕ ਕਰਕੇ, ਠੀਕ ਹੈ। ਹਰ ਵਾਰ ਸਕੈਨ ਲਾਈਨ ਚੱਲੂਗੀ, ਨੈਕਸਟ 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 ਨੈਕਸਟ, ਅਤੇ ਇਹਦੀ ਜਿਹੜੀ ਵਰਕਿੰਗ ਹੋਊਗੀ ਉਹ ਸਾਰੇ ਪੋਲੀਗੋਨਸ ਦਾ ਰਿਕਾਰਡ ਰੱਖਦੇ ਹੋਏ, ਪਹਿਲਾਂ ਮੈਂ ਥੋੜ੍ਹੀ ਜਿਹੀ ਵਰਕਿੰਗ ਐਕਸਪਲੇਨ ਕਰਦਾ, ਥਿਊਰੀ ਆਪਾਂ ਫਿਰ ਕਵਰ ਕਰਾਂਗੇ। ਉਸ ਦੇ ਵਿੱਚ ਦੇਖੋ ਜਿੱਦਾਂ ਸਾਡੇ ਕੇ ਪੋਲੀਗੋਨ ABC ਬਣ ਰਿਹਾ, DEF ਸਾਡਾ ਇੱਕ ਪੋਲੀਗੋਨ ਬਣ ਰਿਹਾ, ਇੱਦਾਂ ਪੋਲੀਗੋਨਸ ਦਾ ਰਿਕਾਰਡ ਰੱਖਿਆ ਜਾਂਦਾ ਕਿ ਕਿੰਨੇ ਪੋਲੀਗੋਨਸ ਆ, ਉਹਨਾਂ ਦੇ ਕਿਹੜੇ ਕਿਹੜੇ ਐਜ, ਜਿਵੇਂ AB ਇੱਕ ਐਜ ਆ, BC ਇੱਕ ਐਜ ਆ, AC ਇੱਕ ਐਜ ਆ, ਇੱਦਾਂ ਹੀ ਇੱਧਰ ਵੀ ਹੈ ਨਾ। ਇਹਨਾਂ ਸਭ ਦਾ ਰਿਕਾਰਡ ਰੱਖ ਕੇ ਕੁਛ ਇਸ ਤਰੀਕੇ ਨਾਲ ਬੇਟਾ ਕੰਮ ਕੀਤਾ ਜਾਂਦਾ ਕਿ ਇੱਕ ਸਕੈਨ ਲਾਈਨ ਚੱਲੀ, ਠੀਕ ਹੈ। ਇੱਕ ਸਿੰਪਲ ਵਰਕਿੰਗ ਸਮਝਾਉਣੀ ਹੈ ਪਹਿਲਾਂ। ਤਾਂ ਇਹ ਜਦੋਂ ਚੱਲੀ ਅਤੇ ਜਦੋਂ ਇਹ ਇੱਥੇ ਨੇ ਐਜ ਨੂੰ ਇੰਟਰਸੈਕਟ ਕੀਤਾ, ਠੀਕ ਹੈ, ਅਤੇ ਫਿਰ ਇਹ ਰਿਕਾਰਡ ਰੱਖੂਗੀ ਕਿ ਜਦੋਂ ਇਹ ਇਸ ਪੋਲੀਗੋਨ 'ਚ ਐਂਟਰ ਹੋਗੀ, ਇਸ ਪੋਲੀਗੋਨ ਦਾ ਸਾਨੂੰ ਪਤਾ ਹੁੰਦਾ ਕਿ ਸਪੋਜ਼ ਚਲੋ ਮੈਂ ਕਿਹਾ ਹੋਇਆ ਕਿ ਇਹਨੂੰ ਰੈੱਡ ਕਲਰ ਕਰਨਾ, ਠੀਕ ਹੈ। ਸੋ ਉਹਨੂੰ ਪਤਾ ਕਿ ਅਸੀਂ ਐਂਟਰ ਹੋ ਗਏ ਇਹਦੇ ਵਿੱਚ। ਹੁਣ ਤੁਸੀਂ ਇਸ ਸਕੈਨ ਲਾਈਨ ਦੇ ਵਿੱਚ ਇੱਥੇ ਇੱਥੇ ਰੈੱਡ ਕਲਰ ਕਰਦੇ ਜਾਓਗੇ ਜਿੰਨਾ ਟਾਈਮ ਤੁਸੀਂ ਇਸ ਪੋਲੀਗੋਨ ਤੋਂ ਆਊਟ ਨਹੀਂ ਹੁੰਦੇ, ਠੀਕ ਹੈ। ਤਾਂ ਤੁਹਾਡੇ ਹਰ ਪੋਲੀਗੋਨ ਦਾ ਇੱਕ ਪ੍ਰੋਪਰ ਰਿਕਾਰਡ ਰੱਖਿਆ ਜਾਊਗਾ ਕਿ ਕਿਹੜਾ ਪੋਲੀਗੋਨ ਆ, ਉਹਦੇ ਕਿਹੜੇ ਕਿਹੜੇ ਐਜਿਸ ਆ, ਕਿੰਨੇ ਤੋਂ ਕਿੰਨੇ ਤੱਕ ਉਹਦੀ ਐਕਸ ਦੀ ਵੈਲਿਊ ਹੈਗੀ ਹੈ, ਕਿਹੜਾ ਕਲਰ ਕਰਨਾ ਗਾ, ਕਲੀਅਰ। ਤਾਂ ਇਸ ਤਰੀਕੇ ਦੀ ਜਿਹੜੀ ਵਰਕਿੰਗ ਹੈ ਉਹ ਕੀਤੀ ਜਾਊ। ਅਤੇ ਜਿੱਥੇ ਜਾ ਕੇ ਸਾਡੀ ਕੋਈ ਡਬਲ ਕਲੈਸ਼ ਹੋ ਜਾਣਗੇ, ਫਿਰ ਉੱਥੇ ਡੈਪਥ ਕੈਲਕੂਲੇਸ਼ਨ ਕੀਤੀ ਜਾਊਗੀ। ਜਿਵੇਂ ਦੇਖੋ ਅਸੀਂ ਸਾਡੀ ਆਹ ਸਕੈਨ ਲਾਈਨ ਦੀ ਗੱਲ ਕਰੀਏ, 3rd ਦੀ ਕਰੋ, 4th ਦੀ ਕਰੋ ਤੁਸੀਂ, ਹੈ ਨਾ। ਇੱਥੇ ਸਾਨੂੰ ਜਿਹੜੇ ਡਿਸੀਜ਼ਨਸ ਆ ਉਹ ਲੈਣੇ ਪੈਂਦੇ ਆ ਕਿਉਂਕਿ ਓਵਰਲੈਪਿੰਗ ਵੀ ਇਹ ਚੀਜ਼ਾਂ, ਜਿਵੇਂ 2nd ਅਤੇ 3rd ਸਕੈਨ ਲਾਈਨ ਦੀ ਪੁੱਤ ਗੱਲ ਕਰੀਏ ਆਪਾਂ, ਦੇਖੋ ਆਰਾਮ ਨਾਲ ਦੇਖੋ ਕਿ ਇਹਦੇ ਵਿੱਚ ਇੱਕ ਪੋਲੀਗੋਨ ਨੂੰ ਦੂਜਾ ਪੋਲੀਗੋਨ ਓਵਰਲੈਪ ਕਰ ਰਿਹਾ, ਯਾਨੀ ਕਿ ਕੁਛ ਜਿਹੜਾ ਡੈਸ਼ਡ ਸਰਫੇਸ ਹੈ ਹਿਡਨ ਹੋਊਗਾ। ਤਾਂ ਇੱਥੇ ਆ ਕੇ ਤੁਸੀਂ ਡੈਪਥ ਕੈਲਕੂਲੇਸ਼ਨਸ ਕਰੋਗੇ, ਯਾਨੀ ਕਿ ਇੱਥੇ ਇਹ ਨਹੀਂ ਕਹੋਗੇ ਕਿ ਇੱਥੋਂ ਲੈ ਕੇ ਇੱਥੋਂ ਤੱਕ ਸਾਰਾ ਇੱਕ ਰੰਗ ਕਰ ਦਿਓ, ਨਹੀਂ। ਇੱਥੇ ਡੈਪਥ ਕੈਲਕੂਲੇਸ਼ਨਸ ਹੋਣਗੀਆਂ, ਫਿਰ ਚੈੱਕ ਹੋਊਗਾ ਕਿ ਕਿਹੜਾ ਜਿਹੜਾ ਐਜ ਹੈ ਉਹ ਕਿਹਨੂੰ ਓਵਰਲੈਪ ਕਰ ਰਿਹਾ, ਫਿਰ ਉਸੇ ਅਕੋਰਡਿੰਗ ਡਿਸਾਈਡ ਹੁੰਦਾ ਕਿ ਕਿਹੜਾ ਅਸੀਂ ਕਲਰ ਕਰਨਾ ਗਾ, ਕਲੀਅਰ ਹੈ। ਹੁਣ ਇੱਕ ਚੀਜ਼ ਤਾਂ ਕੀ ਹੈ, ਜਿਵੇਂ ਦੇਖੋ ਮੰਨ ਲਓ ਇੱਥੇ ਇੱਕ ਸਕੈਨ ਲਾਈਨ ਆਈ, ਇੱਥੇ ਤਾਂ ਕੋਈ ਹੈ ਹੀ ਨਹੀਂ ਸੀ ਕਲਰ, ਹੈ ਨਾ। ਇੱਥੇ ਸਕੈਨ ਲਾਈਨ ਆਈ ਬੇਟਾ, ਤਾਂ ਇੱਥੇ ਦੇਖੋ ਇੱਕ ਪੋਲੀਗੋਨ ਆਇਆ, ਚਲੋ ਅਸੀਂ ਉਸੇ ਦਾ ਕਲਰ ਕਰਤਾ। ਫਿਰ 3rd 4th ਦੀ ਜੇ ਅਸੀਂ ਗੱਲ ਕਰੀਏ ਤਾਂ ਓਵਰਲੈਪਿੰਗ ਆ ਗਈ, ਹੈ ਨਾ, ਕੁਛ ਪਾਰਟ ਹਿਡਨ ਹੈ। 3rd 4th ਦੀ ਗੱਲ ਕਰੀਏ 2 ਪੋਲੀਗੋਨਸ ਜ਼ਰੂਰ ਆ, ਬਟ ਕੋਈ ਵੀ ਕਿਸੇ ਨੂੰ ਰੋਕ ਨਹੀਂ ਰਿਹਾ। ਤਾਂ ਇੱਦਾਂ ਦੀ ਜਿਹੜੀ ਵਰਕਿੰਗ ਹੈ 1 ਬਾਏ 1 ਸਕੈਨ ਲਾਈਨਸ ਦੇ ਥਰੂ ਕੀਤੀ ਜਾਂਦੀ ਹੈ ਸਕੈਨ ਲਾਈਨ ਐਲਗੋਰਿਦਮ ਦੇ ਵਿੱਚ। ਸਕੈਨ ਲਾਈਨ ਐਲਗੋਰਿਦਮ ਦਾ ਟੌਪਿਕ ਅਸੀਂ ਪਹਿਲਾਂ ਵੀ ਕਰ ਚੁੱਕੇ ਹਾਂ ਜਦੋਂ ਅਸੀਂ ਪੋਲੀਗੋਨ ਦੇ ਵਿੱਚ ਕਲਰ ਫਿਲਿੰਗ ਦਾ ਟੌਪਿਕ ਕੀਤਾ ਸੀ। ਅਤੇ ਵਰਕਿੰਗ ਇਹਦੀ ਕੀ ਹੈ, ਤੁਸੀਂ ਹਰ ਵਾਰ ਇੱਕ ਇੱਕ ਸਕੈਨ ਲਾਈਨ ਕਰੀ ਜਾਓਗੇ, ਇੱਕ ਇੱਕ ਪਿਕਸਲ ਕੰਪਿਊਟ ਨਾ ਕਰਕੇ ਤੁਹਾਨੂੰ ਸਕੈਨ ਲਾਈਨਸ ਚੱਲਣਗੀਆਂ। ਅਤੇ ਸਕੈਨ ਲਾਈਨਸ ਦੇ ਵਿੱਚ ਅਸੀਂ ਕੀ ਕਰਾਂਗੇ, Z ਡੈਪਥ ਵੈਲਿਊ ਕੈਲਕੂਲੇਟ ਕਰਿਆ ਕਰਾਂਗੇ ਉਦੋਂ ਜਦੋਂ ਕਿ ਓਵਰਲੈਪਿੰਗ ਸਰਫੇਸ ਹੋਊਗਾ। ਫਿਰ ਜੋ ਵੀ ਮੈਕਸਿਮਮ ਵੈਲਿਊ ਹੋਊਗੀ ਦੈਟ ਮੀਨਸ ਅਸੀਂ ਉਹਨੂੰ ਨੀਅਰੈਸਟ ਮੰਨ ਰਹੇ ਹੈਗੇ, ਉਹਨੂੰ ਨੀਅਰੈਸਟ ਮੰਨ ਰਹੇ ਹਾਂ, ਤਾਂ ਉਸੇ ਦਾ ਹੀ ਕਲਰ ਲੈ ਕੇ ਅਸੀਂ ਉਹਦੀਆਂ ਵੈਲਿਊਜ਼ ਵਗੈਰਾ ਰਿਫਰੈਸ਼ ਬਫਰ ਦੇ ਵਿੱਚ ਪਵਾ ਕੇ ਉਹਦੇ ਇੰਟੈਂਸਿਟੀ ਵੈਲਿਊ ਸਟੋਰ ਕਰਕੇ ਉਹ ਕਲਰ ਕਰ ਦਿੱਤਾ ਜਾਂਦਾ, ਕਲੀਅਰ। ਤਾਂ ਹੁਣ ਮੈਂ ਦੇਖੋ ਕੀ ਕਿਹਾ ਤੁਹਾਨੂੰ, ਮੈਂ ਤਿੰਨੇ ਕੇਸ ਸਮਝਾਏ ਹੋਏ ਬੇਟਾ। ਇੱਕ ਤਾਂ ਸਪੋਜ਼ ਕਰੋ ਇੱਥੇ ਲਾਈਨ ਸੀ, ਪੂਰੀ ਦੀ ਪੂਰੀ ਬੈਕਗਰਾਊਂਡ ਹੀ ਜਾ ਰਹੀ ਹੈ ਨਾ, ਇੱਥੇ ਕੋਈ ਹੈ ਹੀ ਨਹੀਂ ਸਰਫੇਸ ਵਾਲਾ ਰੌਲਾ, ਮਤਲਬ ਕੋਈ ਪੋਲੀਗੋਨ ਇਸ ਟਾਈਮ 'ਤੇ ਹੈ ਹੀ ਨਹੀਂ ਇੱਥੇ ਕੋਈ ਲਾਈਨ ਹੋਵੇ। ਫਿਰ ਇੱਥੇ ਇੱਕ ਪੋਲੀਗੋਨ ਆਇਆ ਸੀ, ਹੈ ਨਾ, ਇੱਥੇ 2 ਆਏ ਸੀ ਓਵਰਲੈਪਿੰਗ ਵਾਲੇ, ਇੱਥੇ Z ਵੈਲਿਊ ਕੰਪਿਊਟ ਕਰਨ ਦੀ ਸਾਨੂੰ ਲੋੜ ਪਊਗੀ। ਇੱਦੋਂ ਪਹਿਲਾਂ ਇੱਥੇ ਹੈ ਨਹੀਂ ਸੀ, ਸਕੈਨ ਲਾਈਨ 1 'ਚ ਵੀ ਨਹੀਂ ਸੀ ਕਿਉਂਕਿ ਇੱਕ ਹੀ ਪੋਲੀਗੋਨ ਸੀ, ਅਸੀਂ ਡੈਪਥ ਕਿਹਦੀ ਕੰਪਿਊਟ ਕਰਨੀ ਹੈ ਨਾ, ਉਹੀ ਉਹ ਸਾਡੇ ਨੀਅਰੈਸਟ ਹੈ। ਜੇ ਅਸੀਂ ਗੱਲ ਕਰੀਏ ਸਕੈਨ ਲਾਈਨ 4, ਤਾਂ ਸਕੈਨ ਲਾਈਨ 4 ਦੇ ਵਿੱਚ ਦੇਖੋ ਓਵਰਲੈਪਿੰਗ ਨਹੀਂ ਹੈਗੀ, ਤਾਂ ਇੱਥੇ ਵੀ ਸਾਨੂੰ ਕੋਈ ਲੋੜ ਨਹੀਂ ਪਊਗੀ। ਵਾਪਸ ਚੱਲਦੇ ਹਾਂ ਟੌਪਿਕ 'ਤੇ। ਤਾਂ ਇਹ ਜਿਹੜੀ ਐਲਗੋਰਿਦਮ ਹੈ, ਕੁਛ ਵਰਕਿੰਗ ਤੁਸੀਂ ਸਮਝ ਗਏ। ਹੁਣ ਇਸ ਐਲਗੋਰਿਦਮ ਦੇ ਵਿੱਚ ਬੈਟਰ ਕੰਮ ਕਰਨ ਦੇ ਲਈ, ਹਾਈ ਡਿਗਰੀ ਆਫ ਐਕੂਰੇਸੀ ਲੈ ਕੇ ਆਉਣ ਦੇ ਲਈ 2 ਪ੍ਰੋਪਰਟੀਜ਼ ਯੂਜ਼ ਕੀਤੀਆਂ ਜਾਂਦੀਆਂ, ਅਤੇ ਉਹ 2 ਪ੍ਰੋਪਰਟੀਜ਼ ਆ ਸਕੈਨ ਲਾਈਨ ਦੀ ਕੋਹਰੈਂਸ ਅਤੇ ਐਜ ਕੋਹਰੈਂਸ। ਸਿੰਪਲ ਜੀ ਗੱਲ ਹੈ, ਦੇਖੋ ਜੇ ਮੈਂ ਪਹਿਲੀ ਸਕੈਨ ਲਾਈਨ 'ਤੇ ਕੁਛ ਕੰਮ ਕਰਕੇ ਗਈ ਹਾਂ, ਹੈ ਨਾ, ਅਤੇ ਮੈਨੂੰ ਪਤਾ ਕਿ ਪਹਿਲੀ ਸਕੈਨ ਲਾਈਨ 'ਤੇ ਕਿਸੇ ਐਜ ਨੇ ਦੂਜੇ ਐਜ ਨੂੰ ਇੰਟਰਸੈਕਟ ਕੀਤਾ, ਕੋਈ ਓਵਰਲੈਪਿੰਗ ਵਾਲਾ ਕਨਸੈਪਟ ਹੈ ਕਿ ਇਹ ਓਵਰਲੈਪ ਕਰ ਰਿਹਾ ਦੂਸਰੇ ਨੂੰ, ਤਾਂ ਜੋ ਚੀਜ਼ ਪਹਿਲੇ ਸਕੈਨ ਲਾਈਨ ਦੇ ਵਿੱਚ ਸੀ ਬਹੁਤ ਜ਼ਿਆਦਾ ਚਾਂਸ ਆ ਦੂਜੀ ਸਕੈਨ ਲਾਈਨ ਵੀ ਕੁਛ ਉੱਦਾਂ ਦੀ ਹੀ ਹੋਊਗੀ,
ਬਹੁਤ ਮਾਈਨਰ ਜਿਹਾ ਡਿਫਰੈਂਸ ਹੋਊਗਾ, ਹੈ ਨਾ। ਜੇ ਹੋਇਆ ਵੀ ਤਾਂ ਹੋ ਸਕਦਾ ਡਿਟੋ ਪੂਰੀ ਦੀ ਪੂਰੀ ਉੱਦਾਂ ਹੀ ਹੋਵੇ। ਮਤਲਬ ਇਹਦੇ ਵਿੱਚ ਅਸੀਂ ਨਾ ਮਿਲਦੀ ਜੁਲਦੀ ਚੀਜ਼ ਮੰਨਦੇ ਆ ਕਿ ਜੋ ਚੀਜ਼ਾਂ ਇੱਕ ਸਕੈਨ ਲਾਈਨ ਦੇ ਸਮੇਂ 'ਤੇ ਸੀ, ਦੂਜੀ ਸਕੈਨ ਲਾਈਨ ਦੇ ਸਮੇਂ 'ਤੇ ਹੀ ਉਹ ਚੀਜ਼ਾਂ ਹੋਣਗੀਆਂ। ਦੂਜੀ ਜਿਹੜੀ ਪ੍ਰੋਪਰਟੀ ਚੈੱਕ ਕਰਦੇ ਹਾਂ ਅਸੀਂ, ਉਹਦੇ ਐਜ ਕੋਹਰੈਂਸ। ਅਸੀਂ ਇਹਨਾਂ ਦੋਨਾਂ ਦਾ ਬੈਨੀਫਿਟ ਲੈਂਦੇ ਹਾਂ, ਕਿਉਂਕਿ ਦੇਖੋ ਪਹਿਲੀ ਸਕੈਨ ਲਾਈਨ 'ਤੇ ਜੋ ਕੰਪਿਊਟ ਕੀਤਾ, ਚਾਂਸ ਹੈ ਕਿ ਦੂਜੀ ਦੇ ਵੀ ਉਹੀ ਹੋਊਗਾ ਜਾਂ ਮਾਈਨਰ ਜਾਂ ਡਿਫਰੈਂਸ ਹੋਊਗਾ। ਤਾਂ ਐਸੇ ਨੂੰ ਹੀ ਅਸੀਂ ਯੂਜ਼ ਕਰਦੇ ਹੋਏ ਅੱਗੇ ਅੱਗੇ ਜਾਂਦੇ ਹਾਂ। ਐਜ ਕੋਹਰੈਂਸ ਕੀ ਹੈ ਕਿ ਜੇ ਇੱਕ ਐਜ ਵਿਜ਼ੀਬਲ ਹੈ, ਮੰਨ ਲਓ ਇੱਥੇ ਕੋਈ ਮੇਰਾ ਇੱਕ ਸਕੈਨ ਲਾਈਨ ਚੱਲੀ ਪੁੱਤ, ਅਤੇ ਉਹਦੇ 'ਤੇ ਮੇਰਾ ਕੋਈ ਆਹ ਵਾਲਾ ਐਜ ਜਿਹੜਾ ਸੀ ਉਹ ਵਿਜ਼ੀਬਲ ਸੀਗਾ, ਠੀਕ ਹੈ। ਤਾਂ ਬਹੁਤ ਜ਼ਿਆਦਾ ਚਾਂਸ ਹੈ ਜੇ ਇੱਥੇ ਇਹ ਐਜ ਆਇਆ, ਹੁਣ ਦੂਜੀ ਸਕੈਨ ਲਾਈਨ 'ਚ ਤਾਂ ਨਹੀਂ ਇਹ ਹੈ ਕਿ ਇੱਕ ਐਜ ਮੁੱਕ ਜੂਗਾ, ਦੂਜੀ 'ਚ ਵੀ ਤਾਂ ਉਹੀ ਰਹੂਗਾ, ਹੈ ਨਾ। ਤਾਂ ਕਰਕੇ ਐਜ ਦੀ ਕੋਹਰੈਂਸ ਵੀ ਹੁੰਦੀ ਹੈ। ਤਾਂ ਅਸੀਂ ਇਹਨਾਂ ਦੋਨਾਂ ਦਾ ਹੀ ਫਾਇਦਾ ਲੈਂਦੇ ਹਾਂ। ਸਾਨੂੰ ਪਤਾ ਹੀ ਹੁੰਦਾ ਜੇ ਉਹ ਐਜ ਪਹਿਲਾਂ ਆ ਕੇ ਹਟਿਆ, ਦੂਜੇ ਦੇ ਵਿੱਚ ਵੀ ਉਹ ਆਊਗਾ। ਕਲੀਅਰ। ਤਾਂ ਇਹਦੀ ਇੰਪਲੀਮੈਂਟੇਸ਼ਨ ਦੇ ਲਈ ਕੁਝ ਟੇਬਲਸ ਯੂਜ਼ ਕੀਤੇ ਜਾਂਦੇ ਆ, ਜਿਹਦੇ ਵਿੱਚ ਪਹਿਲਾ ਟੇਬਲ ਹੁੰਦਾ ਪੋਲੀਗਨ ਟੇਬਲ, ਜਿਹਦੇ ਵਿੱਚ ਬੇਟਾ ਤੁਹਾਡੇ ਪੋਲੀਗਨ ਦਾ ਰਿਕਾਰਡ ਹੋਊਗਾ। ਪੋਲੀਗਨ ਦਾ ਰਿਕਾਰਡ ਮਤਲਬ ਕਿਹੜਾ ਪੋਲੀਗਨ ਹੈ, ਕੀ ਉਹਦੀ ਇੰਟੈਂਸਿਟੀ ਹੈ, ਕਿਹੜੇ ਕਿਹੜੇ ਉਹਦੇ ਐਜਿਸ ਆ, ਹੈ ਨਾ। ਇੱਕ ਤੁਹਾਡਾ ਐਜ ਟੇਬਲ ਹੋਊਗਾ। ਐਜ ਟੇਬਲ ਦੇ ਵਿੱਚ ਤੁਹਾਡੇ ਸਾਰੇ ਐਜਿਸ ਦਾ ਰਿਕਾਰਡ ਹੋਊਗਾ, ਬਟ ਹੌਰੀਜ਼ੋਨਟਲ ਐਜਿਸ ਨੂੰ, ਜਿਹੜਾ ਸਕੈਨ ਲਾਈਨ ਦੇ ਬਿਲਕੁਲ ਹੌਰੀਜ਼ੋਨਟਲ ਹੈ, ਉਹ ਤਾਂ ਤੁਸੀਂ ਪਹਿਲਾਂ ਵੀ ਕੀਤਾ ਹੋਇਆ ਕਿਸੇ ਨੂੰ, ਉਹਨੂੰ ਇਗਨੋਰ ਕਰਦੇ ਹੁੰਦੇ ਆ। ਤਾਂ ਹੁਣ ਇੱਕ ਐਜ ਦੇ ਵਿੱਚ ਕੀ ਐਂਟਰੀਜ਼ ਹੋਣਗੀਆਂ ਤੁਹਾਡੇ, ਸੌਰੀ ਟੇਬਲ ਦੇ ਵਿੱਚ ਤੁਹਾਡੀ ਐਕਸ ਦੀਆਂ ਵੈਲਿਊਜ਼ ਹੋਣਗੀਆਂ। ਐਕਸ ਦੀ ਵੀ ਕਿਹੜੀ ਵੈਲਿਊ, ਜਿੱਥੇ ਸਮੋਲਰ ਵਾਈ ਦੀ ਆ, ਜਿੱਥੇ ਵਾਈ ਦੀ ਵੈਲਿਊ ਸਮੋਲਰ ਆ ਉੱਥੋਂ। ਫਿਰ ਵਾਈ ਕੋਆਰਡੀਨੇਟ ਦੀ ਵੈਲਿਊ ਹੋ ਗਈ ਕਿ ਇੱਕ ਤਾਂ ਅਸੀਂ ਸਮੋਲਰ ਵਾਲੀ, ਜਿੱਥੇ ਵਾਈ ਸਮੋਲਰ ਉਹਦੀ ਐਕਸ ਦੀ ਵੈਲਿਊ ਚੱਕ ਲਈ। ਦੂਜੀ ਹੋ ਗਈ ਤੁਹਾਡੀ ਵਾਈ ਦੀ ਵੈਲਿਊ ਲਾਰਜੈਸਟ, ਮਤਲਬ ਦੂਜੇ ਐਂਡ ਦੀ ਵੈਲਿਊ ਹੋ ਗਈ। ਐਕਸ ਦਾ ਸਲੋਪ ਕਿੰਨਾ ਜਾ ਰਿਹਾ ਹੈਗਾ, ਉਹ ਹੋ ਗਿਆ ਤੁਹਾਡਾ। ਅਤੇ ਪੋਲੀਗਨ ਦਾ ਆਈਡੈਂਟੀਫਿਕੇਸ਼ਨ ਨੰਬਰ, ਜਿੱਥੋਂ ਸਾਨੂੰ ਪਤਾ ਲੱਗੇ ਨਾ ਕਿ ਕਿਹੜਾ ਐਜ ਕਿਹੜੇ ਪੋਲੀਗਨ ਨੂੰ ਬਿਲੋਂਗ ਕਰਦਾ। ਹੁਣ ਮੰਨ ਲਓ ਮੈਂ ਏ ਬੀ ਐਜ ਕਹਿ ਰਹੀ ਹਾਂ, ਮੈਨੂੰ ਪਤਾ ਤਾਂ ਹੋਣਾ ਚਾਹੀਦਾ ਨਾ ਕਿ ਏ ਬੀ ਐਜ ਮੇਰੇ ਕਿਹੜੇ ਪੋਲੀਗਨ ਦਾ। ਇੱਦਾਂ ਹੀ ਸੀਗਾ ਅਸੀਂ ਪੋਲੀਗਨ ਟੇਬਲ ਦੇ ਵਿੱਚ ਪੋਲੀਗਨ ਦੀ ਆਈਡੀ ਤਾਂ ਹੋਊਗੀ। ਇਸ ਤੋਂ ਇਲਾਵਾ ਹੋਣਗੇ ਤੁਹਾਡੇ ਪਲੇਨ ਇਕੁਏਸ਼ਨ ਦੇ ਕੋਫੀਸ਼ੀਐਂਟਸ, ਤੁਸੀਂ ਕਿਹੜਾ ਕਲਰ ਕਰਨਾ। ਤੁਸੀਂ ਪੋਲੀਗਨ ਦੇ ਵਿੱਚ ਇਨ ਹੋ ਕਿ ਆਊਟ ਹੋ, ਉਸ ਅਕੋਰਡਿੰਗ ਇੱਕ ਬੁਲੀਅਨ ਫਲੈਗ ਰੱਖਿਆ ਕਰੋਗੇ। ਮਤਲਬ ਜਦੋਂ ਹੀ ਆਪਾਂ ਦੇਖੋ ਕਿਸੇ ਪੋਲੀਗਨ ਦੇ ਬਾਊਂਡਰੀ ਦੇ ਵਿੱਚ ਐਂਟਰ ਹੋ ਰਹੇ ਆ, ਜਿਵੇਂ ਇੱਥੇ ਹੈ ਬੇਟਾ, ਜਦੋਂ ਮੈਂ ਐਂਟਰ ਕਰਨ ਲੱਗੀ ਇਸ ਐਜ ਦੇ ਥਰੂ ਇਸ ਪੋਲੀਗਨ ਦੀ ਬਾਊਂਡਰੀ 'ਚ, ਉਦੋਂ ਹੀ ABC ਦਾ ਬੁਲੀਅਨ ਫਲੈਗ ਹੋ ਜਾਊਗਾ ਔਨ। ਜਦੋਂ ਮੈਂ ਬਾਹਰ ਹੋਈ ਉਹ ਹੋ ਜਾਊਗਾ ਆਫ। ਇੱਦਾਂ ਜਦੋਂ DE 'ਚ ਔਨ ਐਂਟਰ ਹੋਏ ਤਾਂ ਉਹ ਔਨ ਹੋ ਜੂ। ਮਤਲਬ ਪਤਾ ਲੱਗਦਾ ਰਹਿੰਦਾ ਕਿ ਐਟ ਪ੍ਰੈਜ਼ੈਂਟ ਅਸੀਂ ਕਿਹੜੇ ਪੋਲੀਗਨ ਦੇ ਵਿੱਚ ਐਂਟਰ ਕੀਤਾ ਗਾ। ਇਸ ਤੋਂ ਇਲਾਵਾ ਤੁਸੀਂ ਇੱਕ ਰੱਖੋਗੇ ਐਕਟਿਵ ਐਜ ਟੇਬਲ, ਜਿਸ ਦੇ ਵਿੱਚ ਅਸੀਂ ਐਜਸ ਤਾਂ ਦੇਖੋ ਐਜ ਟੇਬਲ 'ਚ ਤਾਂ ਅਸੀਂ ਸਾਰੇ ਐਜਸ ਦਾ ਰਿਕਾਰਡ ਰੱਖਿਆ, ਬਟ ਜ਼ਰੂਰੀ ਤਾਂ ਨਹੀਂ ਇੱਕ ਟਾਈਮ 'ਤੇ ਸਾਰੇ ਹੀ ਐਜਸ ਜਿਹੜੇ ਹੈਗੇ ਆ ਉਹ ਐਕਟਿਵ ਆ। ਸਪੋਜ਼ ਕਰੋ ਜਦੋਂ ਮੇਰੀ ਪਹਿਲੀ ਐਲਗੋ ਸਕੈਨ ਲਾਈਨ ਸੀ, ਉਦੋਂ ਮੇਰਾ ਸਿਰਫ AB ਅਤੇ AC ਐਜ ਹੀ ਐਕਟਿਵ ਸੀ। ਬਾਕੀ ਤਾਂ ਜਿਹੜੇ ਆ ਐਜ ਸੀ BC 'ਤੇ ਹਜੇ ਮੈਂ ਪਹੁੰਚੀ ਹੋਈ ਨਹੀਂ, DF 'ਤੇ ਪਹੁੰਚੀ ਹੋਈ ਨਹੀਂ, EF 'ਤੇ ਪਹੁੰਚੀ ਨਹੀਂ, ਤਾਂ ਉਦੋਂ ਹੀ ਐਕਟਿਵ ਨਹੀਂ। ਤਾਂ ਐਜ ਜਿਹੜਾ ਟੇਬਲ ਹੈ ਐਕਟਿਵ ਐਜ ਟੇਬਲ ਹੈ, ਉਸ ਦੇ ਵਿੱਚ ਉਹ ਐਜਿਸ ਦਾ ਰਿਕਾਰਡ ਹੋਊਗਾ ਜੋ ਐਟ ਪ੍ਰੈਜ਼ੈਂਟ ਤੁਹਾਡੇ ਐਕਟਿਵ ਹੈ, ਜਿਨ੍ਹਾਂ 'ਤੇ ਐਟ ਪ੍ਰੈਜ਼ੈਂਟ ਸਾਡੀ ਜਿਹੜੀ ਲਾਈਨ ਆ ਸਕੈਨ ਲਾਈਨ ਉਹ ਕ੍ਰੋਸ ਕਰ ਰਹੀ ਹੈ, ਇੰਟਰਸੈਕਟ ਕਰ ਰਹੀ ਹੈ। ਬੁਲੀਅਨ ਫਲੈਗ ਬਾਰੇ ਵੀ ਅਸੀਂ ਕਰ ਲਿਆ ਕਿ ਇਨ ਜਾਂ ਆਊਟ ਦੱਸਣ ਦੇ ਲਈ ਕਿਸੇ ਬਾਊਂਡਰੀ 'ਚ ਇਨ ਆ ਕਿ ਆਊਟ ਆ, ਇੱਦਾਂ ਕੰਮ ਕਰਿਆ ਜਾਊਗਾ। ਸਕੈਨ ਲਾਈਨ ਬਾਟਮ ਤੋਂ ਅਪ ਵੱਲ ਇੱਕ ਇੱਕ ਕਰਕੇ ਸਕੈਨ ਲਾਈਨ ਜਿਹੜੀਆਂ ਤੁਹਾਡੀਆਂ ਚੱਲਣਗੀਆਂ, ਅਤੇ ਸਕੈਨ ਲਾਈਨ ਲੈਫਟ ਤੋਂ ਰਾਈਟ ਵੱਲ ਨੂੰ ਜਾਂਦੀ ਸਕੈਨ ਕਰਦੀ ਹੈ ਨਾ। ਤਾਂ ਇਹ ਸੀ ਕੁਛ ਵਰਕਿੰਗ। ਹੁਣ ਅਸੀਂ ਐਗਜ਼ਾਮਪਲ ਦੀ ਗੱਲ ਕਰੀਏ ਬੇਟਾ, ਦੇਖੋ ਜੇਕਰ ਤੁਹਾਡੀ ਫਸਟ ਜਿਹੜੀ ਸਕੈਨ ਲਾਈਨ ਹੈ, ਜਿਵੇਂ ਕਿ ਡਾਇਗਰਾਮ ਦੇ ਵਿੱਚ ਤੁਹਾਨੂੰ ਦਿਖ ਵੀ ਰਹੀ ਹੈ, ਅਤੇ ਤੁਹਾਡੀ ਥਿਊਰੀ ਵੀ ਇੱਥੇ ਨਾਲ ਨਾਲ ਦਿੱਤੀ ਹੋਈ ਹੈ। ਫਸਟ ਸਕੈਨ ਲਾਈਨ ਦੇ ਵਿੱਚ ਤੁਹਾਡੇ ਕੋਲ ਸਿਰਫ 2 ਹੀ ਐਕਟਿਵ ਐਜ ਟੇਬਲ ਦੇ ਵਿੱਚ ਐਜਿਸ ਨੇ, AB ਅਤੇ AC, ਬਾਕੀ ਤਾਂ ਅਸੀਂ ਹਜੇ ਐਕਟਿਵ ਨਹੀਂ ਹੈਗੇ। ਫਿਰ ਜਿਹੜਾ ਫਲੈਗ ਔਨ ਹੈ ਉਹ ਸਿਰਫ ABC ਪੋਲੀਗਨ ਦਾ ਫਲੈਗ ਹੀ ਔਨ ਹੋ, ਕਿਉਂਕਿ ਅਸੀਂ ਉਹਦੀ ਬਾਊਂਡਰੀ 'ਚ ਐਂਟਰ ਕਰਾਂਗੇ। ਜਦੋਂ ਹੀ ਅਸੀਂ AC ਐਜ ਨੂੰ ਕ੍ਰੋਸ ਕੀਤਾ, ਉਹਨੇ ਉਸ ਨੂੰ ਕਰਤਾ ਆਫ, ਕਿਉਂਕਿ ਅਸੀਂ ਉੱਥੇ ਬਾਹਰ ਹੋ ਜਾਵਾਂਗੇ। ਇੱਥੇ ਕੋਈ ਵੀ ਡੈਪਥ ਕੈਲਕੂਲੇਸ਼ਨਸ ਨਹੀਂ ਹੋਣਗੀਆਂ, ਕਿਉਂਕਿ ਇੱਕ ਹੀ ਪੋਲੀਗਨ ਹੈ, ਤਾਂ ਸਾਨੂੰ ਡੈਪਥ ਕੰਪਿਊਟ ਕਰਨ ਦੀ ਲੋੜ ਨਹੀਂ ਹੈਗੀ। ਤਾਂ ਫਿਰ AB ਜਦੋਂ ਹੀ ਅਸੀਂ ਔਨ, ਮਤਲਬ ਜਦੋਂ ਤੁਸੀਂ ਐਜ ਦੇ ਵਿੱਚ ਐਂਟਰ ਕੀਤੇ ਹੈ ਨਾ, AB ਐਜ ਦੇ ਥਰੂ ਇਨ ਹੋਏ, ਤਾਂ ਨਾਲ ਦੀ ਨਾਲ ਜਿਹੜਾ ਹੈਗੀ ਤੁਹਾਡੇ ਪੋਲੀਗਨ ਟੇਬਲ ਦੇ ਵਿੱਚੋਂ ABC ਪੋਲੀਗਨ ਦਾ ਜੋ ਕਲਰ ਹੈ, ਜੋ ਇੰਟੈਂਸਿਟੀ ਹੈ, ਜੋ ਸ਼ੇਡਿੰਗ ਹੈ, ਰਿਫਰੈਸ਼ ਬਫਰ ਦੇ ਵਿੱਚੋਂ ਚੱਕ ਕੇ ਉਹ ਕਰ ਦਿੱਤੀ ਜਾਊਗੀ, ਜਿੰਨਾ ਟਾਈਮ ਤੁਸੀਂ AC 'ਤੇ ਮਤਲਬ ਆਊਟ ਨਹੀਂ ਹੁੰਦੇ। ਠੀਕ ਹੈ, ਜਦੋਂ ਤੁਸੀਂ ਆਊਟ ਹੋ ਜਾਓਗੇ ਫਿਰ ਬੈਕਗਰਾਊਂਡ ਜਿਹੜਾ ਕਲਰ ਹੈ ਉਹ ਕਰ ਦਿੱਤਾ ਜਾਊਗਾ। ਇਹ ਬਟ ਦੇਖਣ 'ਚ ਬੜੀ ਚੀਜ਼, ਦੇਖਣ 'ਚ ਸ਼ਾਇਦ ਟਿਪਕਲ ਲੱਗੇ, ਬਟ ਬੜੀ ਸੌਖੀ ਹੈ ਜੇ ਤੁਸੀਂ ਆਰਾਮ ਨਾਲ ਦੇਖੋ। ਫਿਰ ਸਕੈਨ ਲਾਈਨ 2 ਅਤੇ 3 ਦੀ ਗੱਲ ਕਰ ਰਹੇ ਹਾਂ। ਹੁਣ ਤੁਸੀਂ, ਮੈਂ ਸਕਰੀਨ ਛੋਟੀ ਕਰ ਰਹੀ ਹਾਂ ਬੇਟਾ, ਨਾਲ ਨਾਲ ਬੁੱਕ ਤੋਂ ਦੇਖ ਲਓ।
2 ਤੇ 3 ਦੀ ਗੱਲ ਕੀਤੀ ਹੈ ਤਾਂ ਕਹਿੰਦੇ ਜਦੋਂ 2 ਤੇ 3 ਆ ਉਦੋਂ ਐਕਟਿਵ ਐਜਿਸ ਦੇ ਵਿੱਚ ਤੁਹਾਡੇ ਐਜ ਆਉਂਦੇ ਆ A B D F B C A E। ਓਬਵੀਅਸ ਹੈ ਬੇਟਾ 2 ਤੇ 3 ਦੀ ਗੱਲ ਕਰੋ ਕਿਹੜੇ ਕਿਹੜੇ ਐਜਿਸ ਆ ਜਿਹੜੇ ਇੱਕ ਆ ਐਜ 'ਤੇ ਵੀ ਅਸੀਂ ਟਕਰਾਏ ਹੈਗੇ है ना, ਅਸੀਂ ਆ ਐਜ 'ਤੇ ਟਕਰਾ ਰਹੇ ਹਾਂ, ਅਸੀਂ ਇਸ ਐਜ 'ਤੇ ਟਕਰਾ ਰਹੇ ਹਾਂ, ਅਸੀਂ ਇਸ ਐਜ 'ਤੇ ਟਕਰਾ ਰਹੇ ਹਾਂ। ਤਾਂ ਚਾਰੇ ਤੁਹਾਡੇ ਐਕਟਿਵ ਦੇ ਵਿੱਚ ਆ। ਜਦੋਂ ਤੁਸੀਂ ਐਂਟਰ ਕੀਤੇ ABC ਪੋਲੀਗੋਨ ਦੇ ਵਿੱਚ ਤਾਂ ਉਸ ਦਾ ਜਿਹੜਾ ਫਲੈਗ ਹੈ ਉਹ ਔਨ ਹੋਇਆ, ਉਸੇ ਦੀ ਹੀ ਕਲਰ ਵੈਲਿਊ ਵਗੈਰਾ ਚੱਕ ਕੇ ਰਿਫਰੈਸ਼ ਬਫਰ 'ਚੋਂ ਕਲਰ ਕੀਤੀਆਂ ਗਈਆਂ। ਠੀਕ ਹੈ, ਉਨਾ ਟਾਈਮ ਜਿੰਨਾ ਟਾਈਮ ਤੁਸੀਂ DF 'ਤੇ ਨਹੀਂ ਪਹੁੰਚੇ। ਹੁਣ ਜਿੱਥੇ DF 'ਤੇ ਪਹੁੰਚਦੇ ਹੋ ਉੱਥੇ ਤੁਹਾਡੀਆਂ ਦੋ ਓਵਰਲੈਪਿੰਗ ਹੋ ਗਈਆਂ। ਹੁਣ DF ਜਦੋਂ ਹੀ ਆਇਆ ਬੇਟਾ ਓਵਰਲੈਪਿੰਗ ਹੋ ਗਈ ਅਤੇ ਇੱਥੇ ਹੁਣ ਤੁਸੀਂ Z ਵੈਲਿਊ ਕੰਪਿਊਟ ਕਰੋਗੇ, ਜਿਸ ਦਾ Z ਸਾਡੇ ਕੋਲ ਮੈਕਸਿਮਮ ਬਣੂਗਾ, ਫਿਰ ਉਹ ਕਲਰ ਜਿਹੜਾ ਹੈ ਕੀਤਾ ਜਾਊਗਾ। ਅਤੇ ਇੱਦਾਂ ਤੁਹਾਡੀ ਸਕੈਨ ਲਾਈਨ ਜਿਹੜੀ ਹੈਗੀ 4 ਦੀ ਤੁਸੀਂ ਗੱਲ ਕਰੋ ਤਾਂ 4 ਦੇ ਵਿੱਚ ਜਿਹੜੇ ਸਿੰਪਲ ਤੁਹਾਨੂੰ ਦਿਖਾਇਆ ਗਿਆ। ਇਸ ਐਗਜ਼ਾਮਪਲ ਤੋਂ ਬਾਅਦ ਹੁਣ ਆਪਾਂ ਐਗਜ਼ਾਮਪਲ ਕਰ ਲਈ, ਵਿਦ ਡਾਇਗਰਾਮ ਕਰ ਲਿਆ ਕਿ ਬੇਸਿਕਸ ਨੇ, ਕਿਹੜੀਆਂ ਚੀਜ਼ਾਂ ਯੂਜ਼ ਹੁੰਦੀਆਂ ਉਹ ਕਰ ਲਈਆਂ। ਤਾਂ ਵਾਪਸ ਤੋਂ ਇਹਨਾਂ ਨੇ ਲਿਖਿਆ ਹੋਇਆ ਕਿ ਸਕੈਨ ਲਾਈਨ ਦੇ ਵਿੱਚ ਕਿਹੜੇ ਕੰਮ ਕੀਤੇ ਜਾਂਦੇ। ਤਾਂ ਵਾਪਸ ਉਹੀ ਕੰਮ ਨਹੀਂ ਬੇਟਾ ਜਿਹੜੇ ਤੁਹਾਨੂੰ ਮੈਂ ਪਹਿਲਾਂ ਕੀਤੇ ਕਹੇ ਆ ਕਿ ਸਕੈਨ ਲਾਈਨ ਚੱਲਦੀ ਆ ਜਦੋਂ ਕਿਸੇ ਪੋਲੀਗੋਨ ਦੀ ਬਾਊਂਡਰੀ 'ਚ ਐਂਟਰ ਹੁੰਦੀ ਆ ਤਾਂ ਉਹਦਾ ਫਲੈਗ ਇਨ, ਜਦੋਂ ਉਹ ਬਾਹਰ ਹੁੰਦੀ ਹੈ ਫਲੈਗ ਆਊਟ ਹੋ ਜਾਂਦਾ। ਜਦੋਂ ਕੋਈ ਫਲੈਗ ਔਨ ਹੋਊਗਾ, ਮਤਲਬ ਜੇ ਤਾਂ ਇੱਕ ਹੀ ਫਲੈਗ ਔਨ ਹੈ ਯਾਨੀ ਕਿ ਇੱਕ ਹੀ ਪੋਲੀਗੋਨ ਹੈ, ਕੋਈ ਹੋਰ ਦੂਜਾ ਪੋਲੀਗੋਨ ਔਨ ਹੋਇਆ ਹੀ ਨਹੀਂ ਤਾਂ ਕੋਈ ਡੈਪਥ ਕੈਲਕੂਲੇਸ਼ਨਸ ਨਹੀਂ। ਜੇ 2 ਫਲੈਗ ਔਨ ਹੈ, 2 ਫਲੈਗ ਔਨ ਮਤਲਬ 2 ਪੋਲੀਗੋਨਸ ਐਕਟਿਵ ਹੋ ਗਏ। ਠੀਕ ਹੈ, ਉਦੋਂ ਅਸੀਂ ਡੈਪਥ ਕੈਲਕੂਲੇਸ਼ਨਸ ਕਰਾਂਗੇ, ਜੋ ਨੀਅਰੈਸਟ ਫਿਰ ਅਸੀਂ ਉਸੇ ਦਾ ਕਲਰ ਜਿਹੜਾ ਹੈ ਉਹ ਕੀਤਾ ਜਾਊਗਾ। ਕਲੀਅਰ। ਦਿਸ ਇਜ਼ ਦਾ ਮੇਨ ਐਡਵਾਂਟੇਜ ਜਿਹੜਾ ਹੈ ਕਿ ਐਨੀ ਨੰਬਰ ਆਫ ਓਵਰਲੈਪਿੰਗ ਸਰਫੇਸ ਦੇ ਉੱਪਰ ਵੀ ਕੰਮ ਕਰ ਸਕਦੀ ਹੈ। ਐਲਗੋਰਿਦਮ ਦੀ ਗੱਲ ਕਰੀਏ ਤੁਸੀਂ ਆਪਣੇ ਕੋਲੋਂ ਬਣਾ ਕੇ ਲਿਖ ਸਕਦੇ ਹੋ, ਅਦਰਵਾਈਜ਼ ਇੱਥੇ ਵੀ ਤੁਹਾਡੀ ਈਜ਼ੀ ਹੀ ਦਿੱਤੀ ਹੋਈ ਹੈ ਕਿ ਤੁਸੀਂ ਕੀ ਕੀਤਾ, ਸ਼ੁਰੂ ਦੇ ਵਿੱਚ ਪਹਿਲਾਂ ਜੋ ਤੁਹਾਨੂੰ ਡਾਟਾ ਸਟਰਕਚਰ ਮਤਲਬ ਪੋਲੀਗੋਨ ਟੇਬਲ, ਐਜ ਟੇਬਲ, ਐਕਟਿਵ ਐਜ ਟੇਬਲ ਚਾਹੀਦਾ, ਉਹਨਾਂ ਦੀਆਂ ਵੈਲਿਊ ਸੈੱਟ ਕਰੋ ਅਤੇ ਇਨ ਫਲੈਗ ਵਗੈਰਾ ਤੁਸੀਂ ਆਪਣਾ ਜਿਹੜਾ ਹੈ ਉਹ ਸੈੱਟ ਕਰੋ। ਕਰਨ ਤੋਂ ਬਾਅਦ ਫਿਰ ਤੁਸੀਂ ਹਰ ਸਕੈਨ ਲਾਈਨ ਦੇ ਵਿੱਚ ਕਿਹੜੇ ਕੰਮ ਕਰਨੇ, ਹਰ ਇੱਕ ਦੇ ਵਿੱਚ ਕੀ ਕਰਿਆ ਕਰੋਗੇ, ਸਕੈਨ ਕਰਦੇ ਜਾਇਆ ਕਰੋਗੇ। ਸਕੈਨ ਕਰਕੇ ਤੁਸੀਂ ਚੈੱਕ ਕਰਿਆ ਕਰੋਗੇ ਕਿ ਕੋਈ ਇਨ ਫਲੈਗ ਹੈ, ਇਨ ਫਲੈਗ ਨਹੀਂ ਹੈ ਤਾਂ ਬੈਕਗਰਾਊਂਡ ਕਲਰ ਹੀ ਜਾਣ ਦਿਓ। ਇਨ ਫਲੈਗ ਆ ਗਿਆ ਤਾਂ ਉਸੇ ਪੋਲੀਗੋਨ ਦਾ ਕਲਰ ਚੱਕ ਕੇ ਰਿਫਰੈਸ਼ ਬਫਰ ਦੇ ਵਿੱਚੋਂ ਕਰ ਦਿਓ। ਠੀਕ ਹੈ, ਅਤੇ ਜੇ ਤੁਹਾਡੇ ਕੋਈ ਜ਼ਿਆਦਾ ਸਰਫੇਸ ਮਤਲਬ ਜਿਹੜੇ ਤੁਹਾਡੇ ਜ਼ਿਆਦਾ ਫਲੈਗਸ ਔਨ ਹੋ ਰਹੇ ਆ ਤਾਂ ਡੈਪਥ ਕੈਲਕੂਲੇਸ਼ਨ ਕਰੋ। ਠੀਕ ਹੈ, ਉਸੇ ਦੀ ਇੰਟੈਂਸਿਟੀ ਕਰੋ ਜਿਹਦੇ ਮੈਕਸਿਮਮ Z ਵੈਲਿਊ ਆ, ਅਦਰਵਾਈਜ਼ ਨਾ ਕਰੋ। ਅਤੇ ਇਹਨਾਂ ਦੇ ਵਿੱਚ ਕੋਹਰੈਂਸ ਨੂੰ ਯੂਜ਼ ਕੀਤਾ ਜਾਂਦਾ। ਕੋਹਰੈਂਸ ਮਤਲਬ ਜੋ ਸਕੈਨ ਲਾਈਨ ਪਹਿਲੇ ਦੇ ਉੱਪਰ ਚੀਜ਼ਾਂ ਐਪਲੀਕੇਬਲ ਸੀ, ਬਹੁਤ ਜ਼ਿਆਦਾ ਚਾਂਸ ਹੈ ਕਿ ਦੂਜੀ ਦੇ ਵਿੱਚ ਵੀ ਉਹੀਓ ਐਪਲੀਕੇਬਲ ਹੋਣਗੀਆਂ। ਕਲੀਅਰ ਹੈ। ਤਾਂ ਇਹ ਸੀ ਸਾਡੀ ਅੱਜ ਦੀ ਐਲਗੋਰਿਦਮ, ਸਕੈਨ ਲਾਈਨ ਐਲਗੋਰਿਦਮ। ਅਤੇ ਜਿਸ ਦੇ ਵਿੱਚ ਇੱਕ ਚੀਜ਼ ਹੋਰ ਹੀ ਆ ਤੁਸੀਂ ਯਾਦ ਕਰਨੀ ਕਿ ਇਹ ਇਮੇਜ ਸਪੇਸ ਐਲਗੋਰਿਦਮ ਦੇ ਉੱਪਰ ਹੀ ਕੰਮ ਕਰਦੀ ਹੈ। ਬਹੁਤ ਈਜ਼ੀ ਵਰਕਿੰਗ ਸੀ। ਨੈਕਸਟ ਐਲਗੋਰਿਦਮ ਕਰਦੇ ਸੀ ਨੈਕਸਟ ਵੀਡੀਓ ਦੇ ਵਿੱਚ।